ਤੁਹਾਨੂੰ ਸ਼ਿੱਦਤ ਨਾਲ ਅਹਿਸਾਸ ਹੁੰਦਾ ਹੈ ਕਿ ਜਾਪਾਨੀ ਜ਼ਿਆਦਾ ਪੜ੍ਹ ਕੇ ਆਉਣਾ ਚਾਹੀਦਾ ਸੀ। ਜੇ ਮੁਨਾਸਬ ਸਮਝੋ ਤੇ ਮੈਂ ਥੋੜਾ ਜਿਹਾ ਘਰ ਦਿਖਾ ਦਿਆਂ। ਜੀ ਬਿਲਕੁਲ। ਨਹੀਂ ਤੇ 10 ਨਾ ਮੁੰਡਿਆਂ ਨੂੰ ਕਿ ਜਿਹੜੇ ਆ ਰਹੇ ਨੇ ਕਮ ਸੇ ਕਮ ਰੋਟੀ ਲਾਣਾ ਤੇ ਸਿੱਖ ਲਓ ਯਾਰ। ਉਹ ਵਾਲਾ ਕਮਰਾ ਹੈ, ਇੱਕ ਹੈ ਕਮਰਾ, ਠੀਕ। ਸਬਰ ਨਾਲ ਕੰਮ ਲਵੋ, ਪਹਿਲਾ ਸਾਲ ਜਿਹੜਾ ਨਾ ਸੀਨਾ ਸਿੱਖੋ, ਥੋੜਾ ਕਲਚਰ ਸਿੱਖ ਲਓ, ਤਿਆਰ ਹੋ ਕੇ ਆਣਾ ਮੈਂਟਲੀ ਤੌਰ ਤੇ ਕਿ ਸਾਰਾ ਕੁਝ ਤੁਹਾਨੂੰ ਸਕੂਲ ਨੇ ਨਹੀਂ ਕਰਕੇ ਦੇਣਾ। ਇੰਨੇ ਐਕਸਟਰਾ ਚਾਰजेस ਯਾਰ ਬਸ ਰਹਿ ਨਹੀਂ ਦਿਓ। ਇਸ ਡਿਸਕਸ਼ਨ ਕਰਾਂਗਾ ਫਿਰ ਪੋਲ ਐਂਜੀ ਖੁੱਲਣਗੇ ਤੇ ਸਾਰੇ ਮੈਂ ਖੋਲ ਦਿਆਂਗਾ। ਹਿੰਮਤ ਨਹੀਂ ਆਉਂਦੀ, ਵੇਖ ਰਹੇ ਹੋ ਬੰਦੇ ਨੇ ਰੋਟੀ ਇੱਥੇ ਹੀ ਆ ਕੇ ਸਿੱਖੀ ਹੈ। ਤੇ ਮੈਂ ਇਹੀ ਕਹਿਣਾ ਚਾਹਾਂਗਾ ਜਿਹੜੇ ਵੀ ਤੁਸੀਂ ਸ਼ਹਿਰ 'ਚ ਆਉਂਦੇ ਹੋ, ਤੁਹਾਡੀ ਜੈਪਨੀਜ਼ ਲੈਂਗੁਏਜ ਲਾਜ਼ਮੀ ਹੋਣੀ ਚਾਹੀਦੀ ਹੈ। ਇਹ ਸ਼ਕਲਾਂ ਜੇ ਹੈ ਜਿਹੜੀਆਂ ਘਰ ਬਹਿ ਕੇ ਕਹਿੰਦੀਆਂ ਨੇ ਅੰਮੀ ਗਰਮ ਗਰਮ ਰੋਟੀ ਨਹੀਂ ਆ ਰਹੀ। भाई ये बेसिक सर्वाइवल स्किल है, ठीक है। कपड़े धोना, बर्तन धोना, खाना बनाना सबको आना चाहिए। पाकिस्तान में हो, अमेरिका में हो या आप यूएसए में, कैलिफोर्निया नहीं तो उर्दू क्यों बोल रहे हैं तू? भगवान भावे जितने मर्जी कैलिफोर्निया बैठे हो, ब्राजील बैठे हो, मैक्सिको बैठे हो, तो काम आना चाहिए यार। अरे क्या बात है, क्या बात है। ये है जापान मेरी जान, ये है जापान। ये जी ना ये देखिए बाकी ओके ही सीन है। ਓਕੇ ਸੀ ਦੋਸਤੋ। ਜਾਪਾਨ ਜਿਹੜਾ ਨਾ ਅਸਲ ਹੈ ਹੀ ਹੈ, ਠੀਕ ਹੈ। ਘੁੰਮਣ ਫਿਰਨ ਵਾਲਿਆਂ ਦਾ ਜਾਪਾਨ ਹੋਰ ਹੈ, ਇੱਥੇ ਜਿਹੜੇ ਮਿਹਨਤ ਮਜ਼ਦੂਰੀ ਕਰਨ ਆਏ ਨੇ, ਕੁਝ ਬਣਨ ਆਏ ਨੇ, ਉਹਨਾਂ ਦਾ ਜਾਪਾਨ ਹੋਰ ਹੈ। ਲੇਕਿਨ ਅੱਲਾਹ ਤਾਲਾ ਸਭ ਨੂੰ ਕਾਮਯਾਬ ਕਰਦਾ ਹੈ ਜਿਹੜੇ ਮਿਹਨਤ ਕਰਦੇ ਨੇ, ਜਿਹੜੇ ਹਿੰਮਤ ਨਹੀਂ ਹਾਰਦੇ ਆ। ਵੇਖ ਰਹੇ ਹੋ ਬੰਦੇ ਨੇ ਰੋਟੀ ਇੱਥੇ ਹੀ ਆ ਕੇ ਸਿੱਖੀ ਹੈ। ਬਾਕੀ ਨਹੀਂ ਮੈਂ ਸਿੱਖੀ ਨਹੀਂ, ਮੈਨੂੰ ਆਂਦੀ ਕੋਈ ਨਹੀਂ, ਅੱਲਾ ਦੀ ਕਸਮ ਨਹੀਂ ਆਂਦੀ, ਮੈਨੂੰ ਸਾਲ ਹੋ ਗਏ ਮੈਨੂੰ ਰੋਟੀ। ਤੈਨੂੰ ਖਰਾਬ ਕਰਨ ਵਾਸਤੇ ਰੱਖਿਆ ਰੋਟੀ। ਤੇ ਬਾਕੀ ਗੱਲ ਹੈ ਕਿ ਯਾਰ ਸਭ ਨੂੰ ਲੋੜ ਹੀ ਆਣੀ ਚਾਹੀਦੀ ਨਹੀਂ, ਰੋਟੀ ਬਣਾਉਣਾ ਸਾਰਾ ਕੁਝ ਆਉਣਾ ਚਾਹੀਦਾ। ਜਦੋਂ ਆ ਜਾਣਗੇ ਤੇ ਤੰਦੂਰ ਆਪੇ ਬੰਦ ਹੋ ਜਾਣਗੇ। ਵੇਲਣੀ ਵਾਕਈ ਨਹੀਂ ਆਉਂਦੀ, ਮੈਨੂੰ ਆਟਾ ਵੀ ਨਹੀਂ ਗੁੰਨਣਾ ਆਉਂਦਾ ਤੇ ਓਕੇ ਨਹੀਂ ਤੇ ਤੇਰੀਆਂ ਅੱਖਾਂ ਵਿੱਚ ਵੜੀਆਂ, ਇਹ ਕੀ ਚੱਕਰ ਹੈ? ਇਹ ਵਜ੍ਹਾ ਹੈ ਕਿ 24 ਘੰਟੇ ਹੋ ਗਏ ਸੁੱਤਾ ਕੋਈ 24 ਘੰਟੇ ਹੋ ਗਏ ਸੁੱਤਾ ਕੋਈ ਮੈਂ ਨਹੀਂ। ਆਪ ਨਹੀਂ ਸੁੱਤਾ, ਸ਼ਿਫਟਾਂ ਲਾ ਗਏ ਆ। ਅੱਗਾ ਵੀ ਕਰ ਹਾਂ ਨਿਸ਼ਾਨ ਹੋ ਗਿਆ। ਹਾਂਜੀ ਰੋਟੀ ਪਕਾਣਾ ਇੱਥੇ ਸਿੱਖੀ ਕਿ ਸਿੱਖ ਕੇ ਆਇਆ ਸੀ? ਅੱਛਾ ਪਹਿਲੀ ਵਾਰੀ ਆਟਾ ਵੀ ਇੱਥੇ ਹੀ ਬਣਿਆ। ਨਹੀਂ ਤੇ 10 ਨਾ ਮੁੰਡਿਆਂ ਨੂੰ ਕਿ ਜਿਹੜੇ ਆ ਰਹੇ ਨੇ ਕਮ ਸੇ ਕਮ ਰੋਟੀ ਲਾਣਾ ਤੇ ਸਿੱਖ ਲਓ ਯਾਰ। ਆਪੀ ਆ ਜਾਂਦੀ ਹੈ ਯਾਰ। ਨਹੀਂ ਇੱਥੇ ਆ ਜਾਂਦੀ, ਟੈਨਸ਼ਨ ਨਹੀਂ ਲੈਣੀ। ਓਕੇ ਕੋਈ ਚੀਜ਼ ਸਿੱਖਣ ਦੀ ਜ਼ਰੂਰਤ ਨਹੀਂ, ਉਹੀ ਜਿਹੜੀ ਤੁਹਾਡਾ ਐਟੀਟਿਊਡ ਹੈ ਨਾ ਚੋਦੀਆਂ ਵਾਲਾ, ਉਹ ਲੈ ਕੇ ਆਣਾ ਤੁਸੀਂ। ਉਹਦਾ ਹੀ ਮਜ਼ਾ ਜਦੋਂ ਲੋਕ ਵੇਖਦੇ ਨੇ ਯਾਰ ਨਵਾਂ ਨਵਾਂ ਮੁੰਡਾ ਹੈ, ਇਹਦਾ ਐਟੀਟਿਊਡ ਉਹ 3 ਮਹੀਨੇ ਸਲੋ ਚੇਂਜ ਹੁੰਦਾ। ਦੋਸਤੋ ਜਿਹੜੀ ਸਟੂਡੈਂਟਸ ਦੀ ਰੀਅਲ ਲਾਈਫ ਹੈ ਨਾ ਇੱਥੇ ਬੇਸਿਕ, ਯਾਨੀ ਕਿ ਜਿਸ ਤਰ੍ਹਾਂ ਉਹ ਜ਼ਿੰਦਗੀ ਗੁਜ਼ਾਰਦੇ ਨੇ, ਇਹਦੇ 'ਚ ਕੋਈ ਯਾਨੀ ਕਿ ਕਿਸੇ ਨੂੰ ਵੱਡਾ ਛੋਟਾ ਉਹ ਦਿਖਾਉਣ ਦੀ ਕੋਈ ਨਹੀਂ ਹੈ। ਇਹ ਸਾਰੇ ਮੇਰੇ ਦੋਸਤ ਨੇ, ਭਾਈ ਨੇ, ਕੰਫਰਟੇਬਲ ਹਾਂ ਸੀ ਨਾ, ਔਰ ਮੈਨੇ ਕੋਲ ਇਜਾਜ਼ਤ ਲਈ ਹੈ ਸਿਰਫ ਤੁਹਾਨੂੰ ਸ਼ੋਅ ਕਰਨ ਵਾਸਤੇ ਕਿ ਇੱਥੇ ਇਸ ਤਰ੍ਹਾਂ ਦੀ ਲਾਈਫ ਹੁੰਦੀ ਹੈ। ਭਾਈਜਾਨ ਜੇ ਮੁਨਾਸਬ ਸਮਝੋ ਤੇ ਮੈਂ ਥੋੜਾ ਜਿਹਾ ਘਰ ਦਿਖਾ ਦਿਆਂ। ਜੀ ਬਿਲਕੁਲ ਘਰ ਦਾ ਮਤਲਬ ਹੈ ਕਿ ਇਹ ਘਰ ਦੇ ਵਿੱਚ ਤੁਹਾਨੂੰ ਬੁਨਿਆਦੀ ਜ਼ਰੂਰਤ ਦੀਆਂ ਚੀਜ਼ਾਂ ਸਾਰੀਆਂ ਮਿਲਣਗੀਆਂ, ਠੀਕ ਹੈ। ਫਰਿੱਜ ਹੋ ਗਿਆ, ਉਹ ਮਸ਼ੀਨ ਹੈ ਕੱਪੜੇ ਧੋਣ ਵਾਲੀ, ਠੀਕ ਹੈ। ਔਰ ਇਹ ਕਈ ਲੋਕ ਜਿਹੜੇ ਨਾ ਕਹਿੰਦੇ ਨੇ ਕਿ ਵੱਡੇ ਸ਼ਹਿਰਾਂ ਦੇ ਵਿੱਚ ਜਾਣਾ ਸੀ, ਉੱਥੇ ਤੁਹਾਨੂੰ ਖੁੱਡ ਜਿੰਨੇ ਕਮਰੇ ਮਿਲਣੇ ਨੇ, ਜਿੰਨੀ ਇਹ ਜਗ੍ਹਾ ਤੇ ਇਹ ਖੁੱਲੇ ਕਿਚਨ ਬਣਾ ਰਹੇ ਨਾ, ਉੱਥੇ ਇਹ ਸਿਰਫ ਇੰਨੀ ਜੀ ਖੁੱਡ, ਇਹ ਇੱਕ ਛੋਟੀ ਜੀ ਖੁੱਡ, ਇੱਥੇ ਇੰਨਾ ਕੁ ਕਿਚਨ ਹੋਣਾ ਹੈ, ਇੱਥੇ ਹੀ ਸਬਜ਼ੀ ਕੱਟਣੀ ਹੈ, ਇੱਥੇ ਹੀ ਪਕਾਣੀ ਹੈ ਤੇ ਇੱਥੇ ਹੀ ਰੋਟੀ, ਸਾਰਾ ਕੁਝ। ਇੰਨਾ ਵੱਡਾ ਕਿਚਨ ਤੇ ਮੇਰੇ ਅਪਾਰਟਮੈਂਟ ਦੇ ਵਿੱਚ ਨਹੀਂ ਹੈ। ਯਾਨੀ ਕਿ ਇਹ ਥੋੜਾ ਜਿਹਾ ਹੀਰੋਸ਼ੀਮਾ ਦੇ ਸਾਈਡ ਤੇ ਇੱਕ ਨਾ ਕੰਟਰੀ ਸਾਈਡ ਏਰੀਆ, ਉੱਥੇ ਰਹਿੰਦੇ ਨੇ। ਲੇਕਿਨ ਇਹ ਨਹੀਂ ਕਿ ਬਿਲਕੁਲ ਹੀ ਪਿੰਡ ਹੈ, ਹਰ ਚੀਜ਼ ਮੌਜੂਦ ਹੈ, ਸਟੋਰ ਵਗੈਰਾ ਇਹ ਉਹ। ਜੋਬ ਥੋੜੀ ਦੂਰ ਮਿਲਦੀ ਹੈ। ਆਹਿਸਤਾ ਜਦੋਂ ਤੁਹਾਨੂੰ ਜੈਪਨੀਜ਼ ਆ ਜਾਂਦੀ ਤੇ ਤੁਹਾਨੂੰ ਅੱਛੀਆਂ ਜੋਬਸ ਘਰ ਦੇ ਕੋਲ ਵੀ ਮਿਲਣਾ ਸ਼ੁਰੂ ਹੋ ਜਾਂਦੀਆਂ ਨੇ, ਜਦੋਂ ਤੁਸੀਂ ਖੁਦ ਜਾ ਕੇ ਇੰਟਰਵਿਊ ਦੇ ਕੇ ਆਉਂਦੇ ਹੋ, ਠੀਕ ਹੈ। ਐਸੇ ਤਰ੍ਹਾਂ ਹੀ ਆਪਣਾ ਸ਼ਾਵਰ ਹੈ, ਟਾਇਲਟ ਜਿਹੜਾ ਉਹ ਕਮਰੇ ਨੇ, ਇੱਕ ਉਹ ਵਾਲਾ ਕਮਰਾ ਹੈ, ਇੱਕ ਇਹ ਕਮਰਾ ਹੈ, ਠੀਕ ਹੈ। ਤੇ ਐਸੇ ਤਰ੍ਹਾਂ ਹੀ ਜਿਹੜਾ ਕਿ ਆਪਣੇ ਬਿਸਤਰ ਬੁਸਤਰ ਤੇ ਲਪੇਟ ਦਿਓ ਬਸ, ਠੀਕ ਹੈ। ਖਿੜਕੀਆਂ ਛਿੜਕੀਆਂ ਤੇ ਏਸੀ ਲੱਗਾ ਹੈ, ਬੁਨਿਆਦੀ ਚੀਜ਼ਾਂ ਤੁਹਾਨੂੰ ਕਿਹਾ ਮੌਜੂਦ ਨੇ। ਇਹ ਜੈਪਨੀਜ਼ ਸਟਾਈਲ 'ਚ ਜਿਹੜੀ ਨਾ ਕਬਰਡ ਹੁੰਦੀ ਹੈ, ਇਹ ਕਬਰਡ ਹੈ, ਇਹਦੇ ਅੰਦਰ ਸਮਾਨ ਵਗੈਰਾ ਸਾਰਾ ਰੱਖਿਆ ਜਾਂਦਾ ਹੈ, ਜੁੱਲੇ ਬਿਸਤਰੇ, ਠੀਕ ਹੋ ਗਿਆ। ਇਹ ਕਾਫੀ ਖੁੱਲ੍ਹਾ ਡੁੱਲਾ ਅਪਾਰਟਮੈਂਟ ਹੈ, ਉਸ ਕਮਰੇ 'ਚ ਅਲੱਗਾ ਏਸੀ ਲੱਗਾ ਹੋਇਆ। ਇਹ ਸਿਰਫ ਤੁਹਾਨੂੰ ਦਿਖਾਉਣ ਦਾ ਮਕਸਦ ਇਹ ਵੇ ਕਿ ਬੇਸਿਕ ਸਟੂਡੈਂਟਸ ਜਿਹੜੇ ਨੇ ਇੱਥੇ ਕਿਸ ਤਰ੍ਹਾਂ ਲਾਈਫ ਗੁਜ਼ਾਰਦੇ ਨੇ। ਅੱਜ ਇਹਨਾਂ ਨੂੰ ਛੁੱਟੀ ਸੀ, ਨਹੀਂ ਤੇ ਇਹ ਬਹੁਤ ਜਿਹੜਾ ਨਾ ਕਿ ਬਿਜ਼ੀ ਹੁੰਦੇ ਨੇ, ਔਰ ਮੇਰੇ ਵਾਸਤੇ ਛੁੱਟੀ ਕੀਤੀ ਕੀ ਹੈ ਤੇ ਇਹਨਾਂ ਨੇ ਸਪੈਸ਼ਲ ਮੇਰੇ ਵਾਸਤੇ ਛੁੱਟੀ ਕੀਤੀ ਅੱਜ। ਅਰਸਲਾਨ ਭਾਈ ਨੇ ਤੇ ਇਹ ਜ਼ਿਸ਼ਾਨ ਭਾਈ ਨੇ। ਤੁਸੀਂ ਕਿੱਥੋਂ? ਪਾਕਿਸਤਾਨ ਤੋਂ? ਜੇਲਮ ਤੋਂ, ਠੀਕ ਹੈ। ਅੱਛਾ, ਰੋਟੀ ਪਕਾਉਂਦੇ ਥੋੜਾ ਜਿਹਾ ਆਪਣਾ ਜਾਪਾਨ ਦਾ ਐਕਸਪੀਰੀਅੰਸ ਦੱਸ ਦਿਓ, ਕੈਸਾ ਲੱਗ ਰਿਹਾ, ਕਿੰਨੀ ਦੇਰ ਹੋ ਗਈ ਹੈ ਜਾਪਾਨ 'ਚ ਤੁਹਾਨੂੰ? ਜਾਪਾਨ ਮੈਨੂੰ 1 ਸਾਲ ਹੋ ਗਿਆ। ਕਿਆ ਬਾਤ ਹੈ, ਇਹ ਹੋਈ ਨਾ ਬਾਤ। 1 ਸਾਲ 'ਚ ਭਰਾ ਨੇ ਰੋਟੀ ਗੋਲ ਬਣਾਉਣਾ ਸਿੱਖ ਲਈ, ਹੋਰ ਕੀ ਚਾਹੀਦਾ? ਇਹ ਵੀ ਬੜੀ ਵੱਡੀ ਅਚੀਵਮੈਂਟ ਹੈ। ਇਹ ਇੱਥੇ ਆ ਜਾਂਦੇ ਆਪ ਹੀ। ਅੱਛਾ, ਜਿਹੜਾ ਨਾ ਐਕਸਪੀਰੀਅੰਸ ਠੀਕ ਹੈ। ਹੂੰ। ਜਾਪਾਨ ਸਾਡਾ
ਸ਼ੁਰੂ ਜਾ ਕੇ ਬੈਡ ਐਕਸਪੀਰੀਅੰਸ ਰਿਹਾ ਸੀ 5 ਮਹੀਨੇ ਨਾ ਜੌਬ ਨਹੀਂ ਸੀ ਲੱਗੀ ਜਦੋਂ ਤੱਕ। ਉਦੋਂ ਉਸ ਵਸਵਸੇ ਆਉਂਦੇ ਨੇ, ਮਾਯੂਸੀ ਹੁੰਦੀ ਏ, ਹਾਂ, ਕਿੱਥੇ ਆ ਗਏ ਆ, ਕਿਵੇਂ ਆ, ਇੰਨੇ ਪੈਸੇ ਲਾਏ ਆ। ਆਹੋ ਉਧਰ ਟੈਨਸ਼ਨ ਪਈ ਹੈ ਸੀ, ਲੇਕਿਨ ਆਸਰਾ ਹੁੰਦਾ ਹੈ ਕਿ ਇੱਥੇ ਇੱਕ ਜਾਪਾਨ ਦਾ ਅੱਛਾ ਰੂਲ ਹੈ ਕਿ ਤੁਹਾਨੂੰ ਜਿਹੜਾ ਨਾ ਗਾਕੋ ਸ਼ਾਕੋ ਸਾਰਾ ਕੁਝ ਦਿੰਦਾ ਹੈ। ਗਾਕੋ ਮਤਲਬ ਸਕੂਲ ਨਾ। ਹਾਂ ਸਕੂਲ, ਠੀਕ ਹੈ, ਸਕੂਲ ਤੁਹਾਨੂੰ ਸਪੋਰਟ ਕਰਦਾ ਹੈ। ਇਹ ਇੱਕ ਪਲੱਸ ਪੁਆਇੰਟ ਹੈ ਸਟੂਡੈਂਟ ਲਾਈਫ ਤੇ ਆਉਣ ਦਾ। ਮੈਂ ਹਮੇਸ਼ਾ ਇਹ ਇੱਕ ਪਲੱਸ ਪੁਆਇੰਟ ਹੈ ਸਟੂਡੈਂਟ ਲਾਈਫ ਤੇ ਆਉਣ ਦਾ। ਮੈਂ ਹਮੇਸ਼ਾ ਕਹਿੰਦਾ ਵਾ ਕਿ ਸਕੂਲ ਤੁਹਾਨੂੰ ਸਪੋਰਟ ਕਰਦਾ ਹੈ ਮਾਵਾਂ ਦੀ ਤਰ੍ਹਾਂ। ਠੀਕ ਹੈ, ਜ਼ਿਆਦਾਤਰ ਸਕੂਲ ਸਪੋਰਟ ਕਰਦੇ ਨੇ ਜਿਹੜੇ, ਯਾਨੀ ਕਿ ਅਗਰ ਤੁਹਾਨੂੰ ਬਹੁਤ ਜ਼ਿਆਦਾ ਤੁਹਾਡਾ ਐਕਸਪੀਰੀਅੰਸ ਖਰਾਬ ਹੈ ਨਾ, ਮੋਸਟ ਆਫ ਦਾ ਚਾਂਸ ਯਾਨੀ ਕਿ ਜ਼ਿਆਦਾ ਉਹ ਪਿੱਛੇ ਰੀਜ਼ਨ ਜਿਹੜੀ ਹੈ ਉਹ ਬੰਦਾ ਹੁੰਦਾ ਹੈ ਜਿਹਨੇ ਤੁਹਾਨੂੰ ਉੱਥੋਂ ਭੇਜਿਆ। ਠੀਕ ਹੈ, ਉਹਨੇ ਸਕੂਲ ਦੇ ਨਾਲ ਗਲਤ ਕਮਿਟਮੈਂਟ ਕੀਤੀ ਹੁੰਦੀ ਹੈ। ਮੈਂ ਇੱਕ ਛੋਟੀ ਜਿਹੀ ਮਿਸਾਲ ਦਿੰਦਾ, ਫੋਰ ਐਗਜ਼ਾਮਪਲ ਕਿ ਤੁਹਾਡੇ ਕੋਲੋਂ ਪੂਰੇ 1 ਸਾਲ ਦੀ ਫੀਸ ਲੈ ਲਿੱਤੀ ਜਾਂਦੀ ਹੈ, ਲੇਕਿਨ ਇੱਥੇ ਸਕੂਲ ਨੂੰ ਫੀਸ ਹੀ 6 ਮਹੀਨੇ ਦੀ ਜਮ੍ਹਾਂ ਕਰਾਈ ਜਾਂਦੀ। ਹੁਣ ਇਹਦੇ 'ਚ ਸਟੂਡੈਂਟ ਦਾ ਕਸੂਰ ਹੈ, ਇਹਦੇ 'ਚ ਜਾਂ ਸਕੂਲ ਦਾ ਕਸੂਰ ਹੈ, ਇਹਦੇ 'ਚ ਉਸ ਬੰਦੇ ਦਾ ਕਸੂਰ ਹੈ ਜਿਹਨੇ ਸਟੂਡੈਂਟਸ ਦੇ ਨਾਲ ਗਲਤ ਬਿਆਨੀ ਕੀਤੀ ਹੈ, ਲਾਈਕ ਏਜੰਟ ਹੋ ਗਿਆ। ਉਸ ਤੋਂ ਇਲਾਵਾ ਇੱਕ ਹੋਰ ਬਹੁਤ ਜ਼ਿਆਦਾ ਸਟੂਡੈਂਟਸ ਦੇ ਨਾਲ ਜ਼ਿਆਦਤੀ ਹੁੰਦੀ ਹੈ ਕਿ ਸਟੂਡੈਂਟਸ ਦੀ ਜਿਹੜੀ ਹੈ ਉਹਦੇ ਕੋਲੋਂ ਡੋਮਿਟਰੀ ਯਾਨੀ ਕਿ ਇਹ ਜਿਹੜਾ ਰਿਹਾਇਸ਼ ਹੈ ਇਹਦੀ ਵੀ ਉਹਦੇ ਕੋਲੋਂ 6 ਮਹੀਨੇ ਦੀ ਐਕਸਟਰਾ ਲੈ ਲਿੱਤੀ ਜਾਂਦੀ ਹੈ, ਯਾਨੀ ਕਿ ਫੀਸ ਕਿਰਾਇਆ ਵਗੈਰਾ ਦੇ ਮਤ। ਜਿਵੇਂ ਸਟੂਡੈਂਟ ਇੱਥੇ ਆਉਂਦੇ ਤਾਂ ਸਕੂਲ ਆਖਦਾ ਕਿ ਸਾਨੂੰ ਤਾਂ ਕੁਝ ਮਿਲਿਆ ਹੀ ਨਹੀਂ ਫੀਸ ਵਗੈਰਾ, ਤੇ ਫਿਰ ਬੱਚਾ ਪਰੇਸ਼ਾਨ ਹੋ ਜਾਂਦਾ। ਫਿਰ ਬੱਚਿਆਂ ਨੂੰ ਘਰੋਂ ਪੈਸੇ ਮੰਗਵਾਉਣੇ ਪੈਂਦੇ ਨੇ ਔਰ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਹੈ। ਇਸੇ ਤਰ੍ਹਾਂ ਫਿਰ ਕਿਸੇ ਪਾਕਿਸਤਾਨੀ ਭਰਾ ਦੇ ਨਾਲ 1-2 ਰਾਤ ਗੁਜ਼ਾਰ ਲਈ ਇੱਧਰ ਉੱਧਰ, ਔਰ ਵਿਚਾਰੇ ਤੱਲੇ ਲੈਂਦੇ ਫਿਰ ਉਹਨਾਂ ਨੂੰ ਜ਼ਿਆਦਾ ਪੈਸੇ ਦੇ ਕੇ ਮਜ਼ੀਦ ਆਪਣਾ ਇੱਕ ਕਮਰਾ ਢੂੰਡਣਾ ਪੈਂਦਾ ਹੈ, ਤੇ ਕਮਰਾ ਵੀ ਦੂਰ ਲੱਭੇ ਨਜ਼ਦੀਕ ਲੱਭੇ ਉਹਨਾਂ ਦੀ ਕਿਸਮਤ ਹੈ। ਜੋ ਤੁਹਾਡਾ ਐਕਸਪੀਰੀਅੰਸ ਹੈ ਦੱਸ ਦਿਓ। ਐਕਸਪੀਰੀਅੰਸ ਇਹੀ ਹੈ, ਥੋੜਾ ਸਬਰ ਨਾਲ ਕੰਮ ਲਵੋ। ਪਹਿਲਾ ਸਾਲ ਜਿਹੜਾ ਨਾ ਚੀਜ਼ਾਂ ਸਿੱਖੋ, ਥੋੜਾ ਕਲਚਰ ਸਿੱਖ ਲਓ। 100% ਨਹੀਂ ਆ ਸਕਦਾ ਭਾਵੇਂ ਜਿੰਨੀ ਦੇਰ ਮਰਜ਼ੀ ਰਹਿ ਲਈਏ, ਲੇਕਿਨ ਥੋੜਾ ਜਿਹਾ ਕਲਚਰ ਸਿੱਖ ਕੇ ਸਲੋ ਚੀਜ਼ਾਂ ਨਾ, ਮਤਲਬ ਇਸ ਵੀਡੀਓ ਦੇ ਜ਼ਰੀਏ ਤੁਸੀਂ ਇਹ ਚੀਜ਼ਾਂ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਤੁਹਾਨੂੰ ਸ਼ੁਰੂ ਦੇ ਵਿੱਚ 5-6 ਮਹੀਨੇ ਬਹੁਤ ਜ਼ਿਆਦਾ ਟਫ ਟਾਈਮ ਦੇਖਣਾ ਪੈ ਸਕਦਾ ਹੈ। ਚੈਲੰਜ ਉਹਦੇ ਵਾਸਤੇ ਤਿਆਰ ਰਹੋ। ਔਰ ਜਿਹੜੇ ਪੇਰੈਂਟਸ ਵੇਖ ਰਹੇ ਨੇ ਆਪਣੇ ਬੱਚਿਆਂ ਨੂੰ ਹੌਸਲਾ ਦੇਣ, ਕੁਝ ਵੀ ਨਹੀਂ ਗਾ, ਮਰਦਾਂ ਦਾ ਕੰਮ ਹੈ। ਠੀਕ ਹੈ, ਬਾਕੀ ਰਾਤੋਂ ਰਾਤ ਜੀਟੀ ਰੋਡ ਤੇ ਕੋਠੀ ਵੀ ਨਹੀਂ ਪੈ ਸਕਦੀ। ਹਾਂ ਨਹੀਂ ਪੈ ਸਕਦੀ। ਠੀਕ ਹੈ, ਹਾਂ ਨਹੀਂ ਪੈ ਸਕਦੀ। ਪੇਰੈਂਟਸ ਨੂੰ ਮੈਂ ਇੰਨੀ ਗੱਲ ਕਹਾਂਗਾ ਕਿ ਆਪਣੇ ਬੱਚਿਆਂ ਨੂੰ ਤੁਸੀਂ ਨਾ ਬਹੁਤ ਜ਼ਿਆਦਾ ਸਪੋਰਟ ਦੇਣੀ ਹੈ। ਉਸ ਟਾਈਮ ਪੇਰੈਂਟਸ ਦੀ ਸਪੋਰਟ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਉਹਨਾਂ ਦੇ ਚੈੱਕ ਐਂਡ ਬੈਲੈਂਸ ਰੱਖਣਾ, ਇਹਨਾਂ ਨੂੰ ਰਾਬਤੇ 'ਚ ਰਹਿਣਾ, ਇੰਨਾ ਤੰਗ ਵੀ ਨਹੀਂ ਕਰਨਾ ਕਿ ਕੀ ਹੋ ਗਿਆ, ਕਿਵੇਂ ਹੋ ਗਿਆ, ਕਿਵੇਂ ਆ, ਲੇਕਿਨ ਇਹ 1-2 ਦਿਨ ਦੇ ਅੰਦਰ ਅੰਦਰ ਬੱਚਿਆਂ ਨਾਲ ਰਾਬਤਾ ਰੱਖੋ ਕਿ ਕੋਈ ਪਰੇਸ਼ਾਨੀ ਕੋਈ ਗੱਲ ਹੈ ਲਾਜ਼ਮੀ ਦੱਸਣੀ, ਕੋਈ ਗੱਲ ਛੁਪਾਣੀ ਨਹੀਂ। ਠੀਕ ਹੈ ਨਾ, ਤੇ ਬਾਕੀ ਅੱਲਾ ਖੈਰ ਕਰੇਗਾ। ਇੱਥੇ ਇਹਨਾਂ ਦਾ ਸਰਕਲ ਕੱਲ ਰਾਤ ਨੂੰ ਅਸੀਂ ਇੱਕ ਹੋਰ ਜਗ੍ਹਾ ਤੇ ਗਏ ਸਾਂ, ਮੇਰੇ ਕੋਲ ਮੈਨੂੰ ਯਾਦ ਹੀ ਨਹੀਂ ਰਿਹਾ ਉੱਥੇ ਉਹਨਾਂ ਨਾਲ ਗੱਪਸ਼ਪ ਚੀਨਾ। ਮੈਂ ਸੋਚ ਰਿਹਾ ਸਾਂ ਕਿ ਵੀਡੀਓ ਬਣਾਉਂਦਾ, ਲੇਕਿਨ ਕਿ ਮੇਰੇ ਜ਼ਿਹਨ 'ਚ ਨਹੀਂ ਰਿਹਾ। ਮੈਂ ਉੱਥੇ ਉਹਨਾਂ ਨਾਲ ਬੈਠਾ ਰਿਹਾ ਵਾਂ, ਗੱਪਸ਼ਪ ਲਾਉਂਦੇ ਨੇ। ਬਹੁਤ ਅੱਛੇ ਲੜਕੇ ਨੇ, ਬਹੁਤ ਜ਼ਿਆਦਾ ਸਪੋਰਟਿਵ ਨੇ। ਦੂਸਰੇ ਲੜਕਿਆਂ ਨੂੰ ਕੰਮ ਤੇ ਲਵਾਉਂਦੇ ਨੇ, ਉਹਨਾਂ ਨੇ ਸਾਰਿਆਂ ਨੇ ਇੱਕ ਦੂਜੇ ਨੂੰ ਕੰਮ ਤੇ ਲਵਾਇਆ। ਇਹਨਾਂ ਵੈਸੇ ਇੱਥੇ ਦੇਖਣ ਨੂੰ ਬੜਾ ਘੱਟ ਮਿਲਦਾ ਹੈ। ਗੱਲ ਇਹ ਕਹਿਣੀ ਸੀ ਕਿ ਅੱਛਾ ਇੱਕ ਸਾਨੂੰ ਗਲਤੀ ਇਹ ਹੋਈ ਸੀ ਕਿ ਸਾਨੂੰ ਏਜੰਟ ਨੇ ਦੱਸਿਆ ਸੀ ਕਿ ਤੁਹਾਨੂੰ ਜਿਹੜਾ ਨਾ ਸਕੂਲ ਹੈਲਪ ਕਰੇਗਾ ਜੌਬ ਸ਼ੌਪ ਵਿੱਚ, ਤੇ ਸਾਨੂੰ ਗਲਤੀ ਇਹ ਹੋਈ ਸੀ ਕਿ ਅਸੀਂ ਉਹਦੀ ਗੱਲ ਦੇਣ 'ਚ ਬਿਠਾ ਕੇ ਆਏ ਹੋਏ ਸੀ ਤੇ ਸਕੂਲ ਨੇ ਸਾਡੀ ਮਦਦ ਕਰਨੀ ਹੈ, ਉਹ ਨਹੀਂ ਲਵਾਉਣਾ, ਤੇ ਅਸੀਂ ਨਾ ਆ ਕੇ ਸਿਮਾਂ ਲਈਆਂ, ਨਾ ਸਾਨੂੰ ਹੋਰ ਕੋਈ ਜਿਹੜਾ ਅਸੀਂ ਟੋਟਲੀ ਗਾਕੋ ਤੇ ਸਕੂਲ ਤੇ ਜਿਹੜਾ ਨਾ ਡਿਪੈਂਡ ਕਰ ਰਹੇ ਸੀ। ਨਿਸ਼ਾਨ ਭਾਈ ਦੇ ਮੁਤਾਬਕ ਸਟੂਡੈਂਟਸ ਨੂੰ ਇਹ ਪੈਗਾਮ ਹੈ ਕਿ ਤੁਸੀਂ ਆਪਣਾ ਇੱਕ ਤਿਆਰ ਹੋ ਕੇ ਆਉਣਾ ਮੈਂਟਲੀ ਤੌਰ ਤੇ ਕਿ ਸਾਰਾ ਕੁਝ ਤੁਹਾਨੂੰ ਸਕੂਲ ਨੇ ਨਹੀਂ ਕਰਕੇ ਦੇਣਾ। ਦੂਸਰਾ ਜਿਹੜੇ ਲੋਕ ਭੇਜਦੇ ਨੇ ਤੁਹਾਨੂੰ ਯਾਰ ਬੜੀ ਇੱਕ ਨਾ ਹੰਬਲੀ ਇੱਕ ਰਿਕੁਐਸਟ ਹੈ, ਖੁਦਾ ਦਾ ਵਾਸਤਾ ਜੀ ਸਟੂਡੈਂਟਸ ਦੇ ਨਾਲ ਗਲਤ ਬਿਆਨੀ ਨਾ ਕਰਿਆ ਕਰੋ। ਠੀਕ ਹੈ, ਇੱਕ ਤਾਂ ਤੁਸੀਂ ਫੀਸ ਲੈ ਲਈ ਹੈ, ਜ਼ਿਆਦਾ ਥੋੜੀ ਲੈ ਲਈ ਹੈ, ਉਹ ਤੁਹਾਡਾ ਮਸਲਾ ਹੈ। ਠੀਕ ਹੈ, ਉੱਥੋਂ ਤੱਕ ਗੱਲ ਓਕੇ ਹੈ, ਲੇਕਿਨ ਇੰਨੀ ਗਲਤ ਬਿਆਨੀ ਯਾਰ ਇਮੋਸ਼ਨਲੀ ਤੁਸੀਂ ਕਿਸੇ ਨੂੰ ਡੈਮੇਜ ਦਿੰਦੇ ਹੋ, ਉਹ ਬਹੁਤ ਜ਼ਿਆਦਾ ਜ਼ਿਆਦਤੀ। ਉਹਦਾ ਤੁਸੀਂ ਉੱਤੇ ਜਾ ਕੇ ਅੱਲਾ ਨੂੰ ਹਿਸਾਬ ਦੇਣਾ। ਠੀਕ ਹੈ ਨਾ, ਜ਼ਿਆਦਤੀ ਇਹ ਨਾ ਕਰਿਆ ਕਰੋ। ਜ਼ਿਆਦਾ ਪੈਸੇ ਲੈਣਾ ਇੱਕ ਅਲੱਗ ਚੀਜ਼ ਹੈ, ਲੇਕਿਨ ਗਲਤ ਬਿਆਨੀ ਕਰਨਾ, ਝੂਠ ਬੋਲਣਾ ਕਿਸੇ ਨਾਲ ਕਿ ਇੰਝ ਹੋ ਜਾਏਗਾ, ਸਾਰਾ ਕੁਝ ਸਕੂਲ ਕਰੇਗਾ ਔਰ ਸਕੂਲ ਨੂੰ ਇਸ ਗੱਲ ਦਾ ਪਤਾ ਹੀ ਨਹੀਂ, ਤੁਹਾਡੀ ਮਿਹਰਬਾਨੀ ਹੈ ਕਰਨਾ ਛੱਡ ਦਿਓ। ਐਸੇ ਵਜ੍ਹਾ ਤੋਂ ਮੈਂ ਨਹੀਂ ਪ੍ਰਮੋਸ਼ਨ ਕਰਦਾ। ਮੇਰੇ ਨਾਲ ਰਾਬਤਾ ਕੀਤਾ 2-3 ਸਕੂਲਾਂ ਨੇ ਨਾ ਕਿ ਪ੍ਰਮੋਟ ਕਰੋ, ਤੁਹਾਨੂੰ ਅਸੀਂ ਫੀ ਬੱਚਾ ਦੇਵਾਂਗੇ। ਯਾਰ ਅਗਰ ਕਿਸੇ ਦੀ ਦਿਲ ਆਜ਼ਾਰੀ ਕਰਕੇ, ਕਿਸੇ ਨੂੰ ਟੈਨਸ਼ਨ ਦੇ ਕੇ, ਕਿਸੇ ਬੱਚੇ ਨੂੰ ਦਿਲੀ ਆਜ਼ਾਰੀ ਕਰਕੇ ਮੈਂ 1 ਰੁਪਇਆ ਵੀ ਇਸ ਤਰ੍ਹਾਂ ਕਮਾਵਾਂ ਨਾ, ਮੇਰੇ ਉੱਤੇ ਉਹ ਮੈਂ ਹਰਾਮ ਸਮਝਣਾ, ਮੈਂ ਔਨ ਏਅਰ ਕਹਿ ਰਿਹਾ ਵਾਂ। ਠੀਕ ਹੈ ਨਾ, ਇਸ ਵਜ੍ਹਾ ਤੋਂ ਮੈਂ ਇੱਕ ਸਕੂਲ ਦੇ ਨਾਲ ਜੁੜਿਆ ਵਾਂ ਕਿਉਂਕਿ ਮੇਰੇ ਖਿਆਲ 'ਚ ਉਹ ਬਿਹਤਰ ਕੰਮ ਕਰ ਰਹੇ ਨੇ, ਲੇਕਿਨ ਉਹਨਾਂ ਨਾਲ ਮੇਰੀ ਸ਼ਰਤ ਇਹ ਹੀ ਹੈ ਕਿ ਤੁਸੀਂ ਸਟੂਡੈਂਟਸ ਦੇ ਨਾਲ ਜਿਹੜਾ ਨਾ ਕਿ ਸਹੀ ਤਾਵਨ ਕਰੋਗੇ। ਜਿੰਨੀ ਦੇਰ ਤੱਕ ਤੁਸੀਂ ਅੱਛਾ ਕੰਮ ਕਰ ਰਹੇ ਹੋ ਮੈਂ ਤੁਹਾਡੇ ਨਾਲ ਜੁੜਿਆ ਰਹਾਂਗਾ। ਜਿਸੋਂ ਮੈਨੂੰ ਪਤਾ ਲੱਗੇਗਾ ਕੋਈ ਗਲਤ ਚੀਜ਼ ਹੋਈ ਹੈ, ਤੁਹਾਡੇ ਮੇਰੇ ਰਸਤੇ ਅਲੱਗ ਹੋਣਗੇ ਔਰ ਉਹ ਇਸ ਚੀਜ਼ 'ਤੇ ਆਮਾਦਾ ਨੇ। ਸਕੂਲ ਜਿਹੜਾ ਉਹ ਲਾਹੌਰ ਦੇ ਵਿੱਚ ਅਲਸਾਨੀਆ ਜੈਪਨੀਜ਼ ਲੈਂਗੁਏਜ ਸੈਂਟਰ। ਇਹ ਕੋਈ ਪ੍ਰਮੋਸ਼ਨ ਨਹੀਂ ਹੈ ਵੀ ਉਸ ਸਕੂਲ ਦੀ ਨਾ, ਮੈਂ ਉਸ ਸਕੂਲ ਦੇ ਨਾਲ ਕੰਮ ਕਰ ਰਿਹਾ ਵਾਂ, ਮਤਲਬ ਕਿਸੇ ਮੁਖਤਲਿਫ ਤਰੀਕਿਆਂ ਨਾਲ। ਆਉਣ ਵਾਲੀ ਵੀਡੀਓ 'ਚ ਤੁਹਾਨੂੰ ਪਤਾ ਲੱਗੇਗਾ। ਲਾਹੌਰ ਮੈਂ ਜਾਵਾਂਗਾ, ਮੈਂ ਉਹ ਤੁਹਾਨੂੰ ਪ੍ਰੋਪਰ ਮਾਲੂਮਾਤ ਦਿਆਂਗਾ
ਮੈਂ ਤੁਹਾਡੇ ਕੋਲੋਂ ਮੈਨੂੰ ਕੋਈ ਪੈਸੇ ਪੂਸੇ ਕੁਝ ਨਹੀਂ ਚਾਹੀਦਾ ਸਿਵਾਏ ਦੁਆਵਾਂ ਤੋਂ, ਠੀਕ ਹੈ। ਉਹ ਸਕੂਲ ਜਾਣੇ ਤੇ ਮੈਂ ਜਾਣਾ, ਅਸੀਂ ਕਿਸ ਤਰ੍ਹਾਂ ਆਪਸ ਵਿੱਚ ਚੱਲਾਂਗੇ, ਠੀਕ ਹੈ। ਤੇ ਮੈਂ ਤੁਹਾਨੂੰ ਉਸ ਸਕੂਲ ਦੇ ਬਾਰੇ 'ਚ ਮਜ਼ੀਦ ਮਾਲੂਮਾਤ ਦਿਆਂਗਾ, ਸਟੱਡੀ ਵੀਜ਼ੇ ਦੇ ਬਾਰੇ ਦੱਸਾਂਗਾ, ਜਾਪਾਨ ਦੇ ਮਜ਼ੀਦ ਹਾਲਾਤ ਦੇ ਬਾਰੇ 'ਚ ਦੱਸਾਂਗਾ, ਠੀਕ ਹੈ। ਤੇ ਤੁਹਾਡੇ ਕੋਈ ਸਵਾਲ ਵਗੈਰਾ ਹੈ ਨਹੀਂ ਇਸ ਵੀਡੀਓ ਦੇ ਵਿੱਚ, ਲਾਜ਼ਮੀ ਕਮੈਂਟਸ ਕਰੋ, ਮੈਂ ਉਹਨਾਂ ਦੇ ਉੱਤੇ ਮਜ਼ੀਦ ਹੋਰ ਸਟੂਡੈਂਟਸ ਨੂੰ ਮਿਲ ਕੇ, ਇਹ ਤੇ ਹੁਣ ਇਸ ਟਾਈਮ ਅਸੀਂ 2 ਬੰਦਿਆਂ ਨੂੰ ਮਿਲਿਆ ਨਾ, ਮਜ਼ੀਦ ਹੋਰ ਸਟੂਡੈਂਟਸ ਨੂੰ ਮਿਲ ਕੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ 'ਚ ਵੀ ਅਸੀਂ ਸ਼ੇਅਰ ਕਰ ਸਕਦੇ ਹਾਂ, ਉਹਨਾਂ ਦੇ ਐਕਸਪੀਰੀਅੰਸ ਵਗੈਰਾ। ਤੇ ਤੁਹਾਡੇ ਕੁਐਸਚਨ ਹੋਣਗੇ ਸਾਰਿਆਂ ਨੂੰ ਮਿਲਾ ਕੇ ਕੋਈ ਇੱਕ ਅਲੱਗਾ ਵੀਡੀਓ ਬਣਾ ਦਿੱਤੀ ਜਾਏਗੀ। ਹੁਣ ਸਿਰਫ ਸ਼ਾਰਟਲੀ ਤੁਸੀਂ ਇੰਨਾ ਦੱਸ ਦਿਓ ਅਰਸਲਾਨ ਭਾਈ ਕਿ ਤੁਸੀਂ ਕਿੰਨੀ ਦੇਰ ਹੋ ਗਈ ਜਾਪਾਨ 'ਚ ਆਏ? 1 ਸਾਲ ਹੋ ਗਿਆ। ਟੋਟਲ ਕਿੰਨੇ ਪੈਸੇ ਲਾ ਕੇ ਆਏ ਹੋ? ਮੇਰੇ ਪੈਸੇ ਯਾਰ 30 35 ਤੇ 30 ਤੋਂ 35 ਦਰਮਿਆਨ ਤੁਹਾਡਾ? ਉਸ ਤੋਂ ਬਾਅਦ ਮੰਗਵਾਏ ਵੀ ਨੇ, ਮੈਂ ਐਵੇਂ ਝੂਠ ਬੋਲਾਂ, ਲੇਕਿਨ ਉਸ ਇਸ ਪਰਪਸ ਵਾਸਤੇ ਨਹੀਂ ਮੰਗਾਏ, ਲੇਕਿਨ ਓਕੇ 30 ਤੋਂ 35 ਲੱਗ ਗਿਆ। ਤੁਹਾਡਾ ਕਿੰਨਾ ਲੱਗਿਆ ਆਈਡੀਆ? ਇਹੀ ਹੈ 3 ਐਵਰੇਜ ਤਰੀਕ ਤੱਕ ਨਾ? 3 ਤੱਕ ਚਾਹੀਦਾ ਹੁੰਦਾ, ਮਤਲਬ ਹੈ ਕਿ 30 ਲੱਖ ਤੱਕ ਅੱਜ ਦੇ ਦੌਰ 'ਚ। ਜੀ ਬੋਲੋ। ਇੱਕ ਗੱਲ ਮੈਂ ਜ਼ਰੂਰ ਐਡ ਕਰਾਂਗਾ ਇਹਦੇ ਵਿੱਚ ਕਿ ਰੋਟੀ ਨਾ ਸਾੜ ਦੇਣੀ ਅਗਰ ਤੁਹਾਨੂੰ ਕੋਈ ਮਤਲਬ ਜਦੋਂ ਕੰਸਲਟੇਸ਼ਨ ਲੈਣ ਜਾਂਦੇ ਕੋਈ ਕਹਿੰਦਾ ਨਾ ਯਾਰ ਰੋਟੀ ਵੇਖ ਲੈ ਪਹਿਲੇ, 12-14 लाख रुपए फीस है, मतलब 12-14 लाख फीस है और 20-22 में पहुंच जाता है, वो गल मेरे ख्याल में गलत बयानी, इम्पॉसिबल नहीं टू इम्पॉसिबल हाँ ਐਵੇਂ ਬਸ ਬੰਦੇ ਨੂੰ ਅਟਰੈਕਟ ਕਰਕੇ ਹਾਂ ਉਸ ਤੋਂ ਬਾਅਦ ਫਸਾ ਲੈਣਗੇ, ਉਸ ਤੋਂ ਬਾਅਦ ਚੀਜ਼ ਬੜੀ ਖਤਰਨਾਕ ਹੈ। ਚਲੋ ਜੀ 5 ਲੱਖ ਤੇ ਕੰਸਲਟੈਂਟ ਫੀਸ ਪਾ ਦਿੰਦੇ ਨੇ। ਇੱਕ ਹੋਰ ਭਾਈ ਨੇ ਤੁਹਾਨੂੰ ਇੱਕ ਦੱਸਿਆ ਕਿ ਤੁਹਾਨੂੰ ਅਗਰ ਦੱਸਣ ਕਿ ਜੀ 20 ਤੋਂ 25 ਦੇ ਦਰਮਿਆਨ ਤੁਹਾਡਾ ਕੰਮ ਹੋ ਜਾਏਗਾ ਤੇ ਸਮਝ ਜਾਓਗੇ ਦੇयर इज ਸਮਥਿੰਗ ਨਾ। ਜਦੋਂ ਤੁਸੀਂ ਫਸ ਜਾਓਗੇ, ਥੋੜੇ ਜਿਹੇ ਪੈਸੇ ਦੇ ਦਿਓਗੇ, ਕੰਸਲਟੈਂਸੀ ਫੀਸ ਦੇ ਦਿੱਤੀ ਨਾ, ਲੋ ਜੀ ਤੁਹਾਡਾ ਦਾਖਲਾ ਹੋ ਰਿਹਾ, ਇਹ ਹੋ ਰਿਹਾ ਐਕਸਟਰਾ ਨਾ, ਤੇ ਉਸ ਤੋਂ ਬਾਅਦ ਇੰਜ ਵਧਾਉਂਦੇ ਯਾਨੀ ਕਿ ਸਿੱਧੀ ਜੀ ਗੱਲ ਹੈ ਯਾਰ, ਤੁਹਾਨੂੰ ਨਾ ਸਹੀ ਕੀਮਤ ਨਾ ਦੱਸਣਾ ਤੁਹਾਡੇ ਨਾਲ ਜ਼ਿਆਦਤੀ ਹੈ ਕਿ ਤੁਹਾਨੂੰ, ਯਾਨੀ ਕਿ ਬੱਚੇ ਨੂੰ ਐਂਡ ਤੱਕ ਦੱਸਣ ਨਾ ਕਿ ਭਾਈ ਕਿੰਨਾ ਖਰਚਾ ਆਣਾ ਹੈ। ਯਾਰ ਇੱਕ ਗੱਲ ਮੈਂ ਦੱਸਾਂ, ਉਹ ਵੀ ਕਿਸੇ ਹੱਦ ਤੱਕ ਝੂਠ ਨਹੀਂ ਹੈ। ਹੁਣ ਮੇਰਾ ਸਕੂਲ ਹੈ ਨਾ, ਐਨੂਅਲੀ ਉਹਦੀ ਫੀਸ 9-10 ਲੱਖ ਪਾਕਿਸਤਾਨੀ ਬਣਦੀ, 9-10 ਲੱਖ ਬਣਦੀ। ਹੁਣ 9 ਲੱਖ ਫੇਰਾ ਫੇਰੀ ਨਾ, ਉਹ 6 ਮਹੀਨੇ ਦੀ ਲੈਂਦੇ ਨਾ, ਨਹੀਂ ਸਾਲ ਦੀ। ਲੇਕਿਨ ਕਿਉਂ ਏਜੰਟ ਇੰਨੇ ਐਕਸਟਰਾ ਚਾਰजेस ਯਾਰ, ਬਸ ਨਹੀਂ ਦਿਓ। ਇਸ ਡਿਸਕਸ਼ਨ ਕਰਾਂਗਾ ਫਿਰ ਪੋਲ ਐਂਜੀ ਖੁੱਲਣਗੇ ਤੇ ਸਾਰੇ ਮੈਂ ਖੋਲ ਦਿਆਂਗਾ ਫਿਰ। ਚਲੋ ਠੀਕ ਹੈ। ਤੇ ਇਹ ਬੰਦਾ ਉਸਮਾਨ ਹੈ। ਉਸਮਾਨ ਭਾਈ ਤੁਸੀਂ ਦੱਸਣਾ ਚਾਹੁੰਦੇ ਹੋ ਤੁਹਾਡੇ ਕਿੰਨੇ ਪੈਸੇ ਲੱਗੇ ਸਨ ਜਾਪਾਨ ਆਉਣ ਦੇ? ਮੇਰਾ 32 ਲੱਖ ਲੱਗਾ ਜੀ। 32 ਲੱਖ ਲੱਗਾ ਜੀ, ਠੀਕ ਹੈ, ਓਕੇ ਠੀਕ ਹੋ ਗਿਆ। ਤੇ ਤੁਹਾਡੇ ਨਾਲ ਗਲਤ ਬਿਆਨੀ ਕੋਈ ਤੇ ਨਹੀਂ ਹੋਈ? ਗਲਤ ਬਿਆਨੀ ਜੋ ਹੋਣੀ ਸੀ ਹੋ ਗਈ, ਹੁਣ ਅੱਗੇ ਬਿਹਤਰ ਕਰਾਂਗੇ। ਕੀ ਚੱਲ ਅੱਛਾ ਠੀਕ ਹੈ, ਮਤਲਬ ਕਿ ਸਾਰੇ ਨਾਲ ਥੋੜੀ ਇੱਕ ਪਾਕਿਸਤਾਨ ਨੂੰ ਜਿਹੜਾ ਆਣਾ ਹੁੰਦੇ ਨਾ ਹੋਣੀ ਹੀ ਹੋਣੀ, ਠੀਕ ਹੈ। ਯਾਨੀ ਕਿ ਤੁਸੀਂ ਹੁੰਦੀ ਇਸ ਤਰ੍ਹਾਂ ਕਿ ਇਨਫੋਰਮੇਸ਼ਨ ਜ਼ੀਰੋ ਹੁੰਦੀ ਹੈ, ਜਦੋਂ ਕਿਤੋਂ ਇਨਫੋਰਮੇਸ਼ਨ ਨਹੀਂ ਇਕੱਠੀ ਕਰਨੀ ਆਪ ਹੀ ਆਪਣੇ। ਹਾਂ ਇਹੀ ਮਕਸਦ ਹੈ ਵੀਡੀਓ ਬਣਾਉਣ ਦਾ, ਸਟੂਡੈਂਟਸ ਵਾਸਤੇ ਇਹ ਵੀਡੀਓ। ਔਰ ਜਿਹੜੇ ਪੇਰੈਂਟਸ ਜਾਂ ਜਿਹਦਾ ਕੋਈ ਬੰਦਾ ਰਿਲੇਟਿਡ ਸਟੂਡੈਂਟ ਵੀਜ਼ੇ ਤੇ ਆ ਗਿਆ ਹੈ, ਆਉਣਾ ਚਾਹੁੰਦਾ ਹੈ, ਜਾਂ ਕਿਸੇ ਦੇ ਪੇਰੈਂਟਸ ਨੇ ਸੋਚ ਰਹੇ ਨੇ, ਇਹ ਲਾਜ਼ਮੀ ਆਪਸ ਇਹ ਵੀਡੀਓ ਸ਼ੇਅਰ ਕਰੋ। ਇਹ ਬਹੁਤ ਗਰਾਊਂਡ ਰਿਐਲਿਟੀ ਦੱਸ ਰਿਹਾ ਤੁਹਾਨੂੰ, ਯਾਨੀ ਕਿ 1 ਸਾਲ ਦਾ ਪੂਰੀ ਆਪ ਬੀਤੀ ਇਸ ਵੀਡੀਓ 'ਚ ਮੌਜੂਦ ਹੈ। ਦੇਖ ਲਓ ਸਰਵਾਈਵਲ ਚੱਲ ਰਿਹਾ ਹੈ, ਠੀਕ ਹੈ। ਇਸ ਟਾਈਮ ਇਹ ਸਾਰੇ ਜੌਬ ਵੀ ਕਰ ਰਹੇ ਨੇ, ਕੋਈ ਐਸਾ ਬੱਚਾ ਤੁਸੀਂ ਨਹੀਂ ਵੇਖੋਗੇ ਜਿਹੜਾ ਜੌਬ ਨਹੀਂ ਕਰ ਰਿਹਾ, ਲੇਕਿਨ ਇਹ ਕਿ ਅੱਗੋਂ ਮਕਸਦ ਇਹ ਵੇ ਕਿ ਅੱਗੋਂ ਕੀ ਕਰਨਾ ਹੈ। ਐਂਡ ਕਲੋਜ਼ ਕਰਾਂਗਾ ਵੀਡੀਓ ਦੇ ਉੱਤੇ, ਤੁਹਾਨੂੰ ਕਿਸੇ ਨੇ ਨਹੀਂ ਛੱਡਣਾ, ਤੁਹਾਨੂੰ ਹਰ ਬੰਦੇ ਨੇ ਛਿੱਲ ਲਾਣੀ ਹੈ। ਤੇ ਅਗਰ ਤੁਸੀਂ ਬਚਣਾ ਹੈ ਤੇ ਜਾਪਾਨੀ सीखो। सलमान भाई आप इस बात से एग्री करते हैं? ਹਾਂਜੀ ਭਾਈ, ਲੈਂਗੁਏਜ ਸਿੱਖੋ, ਸਕੂਲ ਹੈਗਾ ਜਗ੍ਹਾ ਤੁਹਾਨੂੰ ਪਿੰਡ ਦੇ ਵਿੱਚ ਵੀ ਜੋਬ ਮਿਲੇਗੀ ਜਾਪਾਨ ਦੀ। ਠੀਕ ਹੋ ਗਿਆ। ਹਾਂਜੀ ਤੁਸੀਂ ਦੱਸੋ, ਤੁਹਾਨੂੰ ਸ਼ਿੱਦਤ ਨਾਲ ਅਹਿਸਾਸ ਹੁੰਦਾ ਹੈ ਕਿ ਜਾਪਾਨੀ ਜ਼ਿਆਦਾ ਪੜ੍ਹ ਕੇ ਆਉਣਾ ਚਾਹੀਦਾ ਸੀ? ਬਿਲਕੁਲ ਲੈਂਗੁਏਜ 100%। ਦੇਖੋ ਮੈਂ ਇੱਕ ਗੱਲ ਕਰਦਾ, ਲਾਸਟ ਗੱਲ ਕਰਾਂਗਾ, 28-30 ਤਾਂ ਪਾਕਿਸਤਾਨੀ ਹੈ, ਇਹਨਾਂ ਲੱਖ ਇਖਤਲਾਫ ਹੈ, ਲੇਕਿਨ ਇੱਕ ਚੀਜ਼ ਦੇ ਇਤਫਾਕ ਸਾਰੇ ਇਕੱਠੇ ਹੋ ਜਾਂਦੇ ਨੇ। ਹਰ ਬੰਦੇ ਦੇ ਮੂੰਹ ਚੋਂ ਇੱਕ ਹੀ ਗੱਲ ਨਿਕਲੇਗੀ, ਲੈਂਗੁਏਜ। ਹੋਰ ਇਹਨਾਂ ਦੇ 100 ਇਖਤਲਾਫ ਨੇ, 100 ਇਖਤਲਾਫ ਦੇ ਜਿਹੜੇ ਸਾਰੇ ਇੱਕ ਗੱਲ ਕਹਿੰਦੇ ਨਾ ਕਿ ਲੈਂਗੁਏਜ ਪੜ੍ਹ ਲਓ, ਤੇ ਉਹ ਵੇਖ ਲਓ ਪੜ੍ਹਨੀ, ਉਹ ਸੱਚੀ ਗੱਲ, ਠੀਕ ਹੈ। ਹਾਂ ਓਕੇ, ਤੁਸੀਂ ਦੱਸੋ ਤੁਹਾਡੇ ਕੀ ਖਿਆਲਾਤ ਨੇ? ਖਿਆਲਾਤ ਇਹ ਨੇ ਕਿ ਯਾਰ ਪਾਕਿਸਤਾਨ ਵਿੱਚ ਰਹਿ ਕੇ ਬੰਦਾ ਲੈਂਗੁਏਜ ਸਿੱਖ ਕਿੰਨੀ ਸਕਦਾ, ਪਹਿਲੇ ਤਾਂ ਇਹ ਦੱਸੋ। ਨਹੀਂ ਸਿੱਖਣੀ ਚਾਹੀਦੀ ਕਿ ਨਹੀਂ, ਇਹ ਦੱਸੋ। ਜੋ ਹੋ ਗਿਆ ਉਹਨੂੰ ਛੱਡ ਦਿਓ, ਅੱਜ ਤੋਂ ਸ਼ੁਰੂ ਕਰ ਦਿਓ। ਸਿੱਖ ਕੇ ਆਣਾ ਚਾਹੀਦਾ, ਸਿੱਖ ਕੇ ਆਣਾ ਚਾਹੀਦਾ ਹੈ, ਠੀਕ ਹੈ। ਜਲਦੀ ਕੰਮ ਹੋ ਜਾਏਗਾ, ਆਸਾਨੀ ਨਾਲ ਕੰਮ ਹੋ ਜਾਏਗਾ, ਜੌਬ ਜਲਦੀ ਮਿਲ ਜਾਏਗੀ, ਪ੍ਰਾਇੋਰਿਟੀ ਤੇ ਮਿਲ ਜਾਏਗੀ, ਉਹਦੇ ਸਿੱਖ ਕੇ ਤਰਜੀਹਨ ਮਿਲ ਜਾਏਗੀ। ਜਿਹੜਾ ਨਾ ਸਕੂਲ ਦੀ ਖਾਕਨਿੰਗ ਕਰਨੀ ਪੈਗੀ, ਖਾਕਨਿੰਗ ਦਾ ਮਤਲਬ ਦੱਸ ਦੇਣਾ, ਮਤਲਬ ਖਾਕਨਿੰਗ ਮਤਲਬ ਅੱਛੇ ਤਰੀਕੇ ਨਾਲ ਸਕੂਲ ਦੀ ਰਿਸਰਚ ਕਰਨੀ ਪੈਗੀ, ਖੋਜ ਕਰਨੀ ਪੈਗੀ, ਤਲਾਸ਼ ਕਰਨੀ ਪੈਗੀ। ਅੱਛਾ ਜਿਹਾ ਸਕੂਲ ਤਲਾਸ਼ ਕਰਕੇ ਖਿਆਲ ਰੱਖੋ, ਆਪਣਾ ਖਿਆਲ ਰੱਖੋ। ਔਰ ਫਾਈਨਲ ਹੁਣ ਮੈਂ ਸਾਰਿਆਂ ਕੋਲੋਂ ਇੱਕ ਜੁਮਲਾ ਪੁੱਛਾਂਗਾ, ਜਾਪਾਨ ਆਣਾ ਚਾਹੀਦਾ ਕਿ ਨਹੀਂ? ਅਗਰ ਜਾਪਾਨ ਪਸੰਦ ਹੈ ਤੇ ਆਣਾ ਚਾਹੀਦਾ, ਅਗਰ ਸਿਰਫ ਪੈਸੇ ਵਾਸਤੇ ਆਣਾ ਤਾਂ ਖੁਦਾ ਦਾ ਵਾਸਤਾ ਨਾ। ਤੁਸੀਂ ਦੱਸੋ ਜਾਪਾਨ ਆਣਾ ਚਾਹੀਦਾ ਕਿ ਨਹੀਂ? ਆਣਾ ਚਾਹੀਦਾ, ਠੀਕ ਹੈ, ਓਕੇ। ਬਿਹਤਰੀਨ ਮੁਲਕ ਹੈ। ਤੂੰ ਦੱਸ ਜਾਪਾਨ ਆਣਾ ਚਾਹੀਦਾ ਕਿ ਨਹੀਂ? ਕਾਕੇ
ਨਹੀਂ ਆਣਾ ਚਾਹੀਦਾ। ਨਹੀਂ ਸੀਰੀਅਸ ਦੱਸ, ਜਾਪਾਨ ਆਣਾ ਚਾਹੀਦਾ ਕਿ ਨਹੀਂ? ਹਾਂ ਸੈਟਲ ਹੁੰਦੇ 6 ਸਾਲ ਲੱਗ ਰਹੇ ਨੇ ਆਈ ਲੇਕਿਨ ਸੈਟਲ ਹੋ ਜਾਂਦਾ ਬੰਦਾ, ਹੋ ਜਾਂਦਾ ਬੰਦਾ। ਠੀਕ ਹੈ। ਉਹ ਆਪਣੇ ਉੱਤੇ ਡਿਪੈਂਡ ਕਰਦਾ ਕਿ ਉਹ ਕਿੰਨੀ ਮਿਹਨਤ Okay. ਕਰਦਾ। ਅੱਛਾ, ਇੱਕ ਹੋਰ ਭਾਈ ਆਏ ਨੇ, ਇਹ ਦੂਸਰੇ ਕਮਰੇ 'ਚ ਰਹਿੰਦੇ ਨੇ, ਗੁਜਰਾਂਵਾਲੇ ਤੋਂ ਨੇ ਨਾ, ਇਹਨਾਂ ਦਾ ਵੀ ਥੋੜਾ ਇੰਟਰਵਿਊ ਕਰਨੇ ਆ। ਔਰ ਇੱਥੇ ਮੈਂ ਇੱਕ ਚੀਜ਼ ਪੋਜ਼ਿਟਿਵ ਇਹ ਵੇਖੀ ਹੈ ਕਿ ਇਹ ਸਟੂਡੈਂਟਸ ਕਾਫੀ ਇਤਫਾਕ ਦੇ ਨਾਲ ਆਪਸ 'ਚ ਰਹਿੰਦੇ ਨੇ, ਕਾਫੀ ਸਪੋਰਟਿਵ ਨੇ। ਤੇ ਜੀ ਭਾਈ ਆਪਣਾ ਤਾਰਫ ਕਰਾਣਾ ਹੈ ਥੋੜੀ ਜਿਹੀ ਉੱਚੀ ਆਵਾਜ਼ 'ਚ। ਜੀ अस्सलाम वालेकुम जी, मेरा नाम ਅਬਦੁੱਲਾ ਗੁੰਮਨ ਹੈ, ਮੈਂ ਪਾਕਿਸਤਾਨ ਦੇ ਸ਼ਹਿਰ ਗੁਜਰਾਤ ਤੋਂ ਬਿਲੋਂਗ ਕਰਨਾ। ਤੇ ਮੈਂ ਬਸ ਇਹੀ ਕਹਿਣਾ ਚਾਹਾਂਗਾ, ਜਿਹੜੇ ਆਉਂਦੇ ਨੇ ਸਟੂਡੈਂਟਸ ਪਾਕਿਸਤਾਨ ਤੋਂ, ਤੇ ਲੋग काफ़ी पूछते हैं जापान कैसा है, जापान कैसा कंट्री है, कितने पैसे कमा लेते हो, ये तो वो। मैं बस यही कहना ਚਾਹਾਂਗਾ, ਜੇ ਤੁਸੀਂ ਪਾਕਿਸਤਾਨ ਤੋਂ ਆਉਂਦੇ ਹੋ ਉਦੋਂ ਤੁਸੀਂ ਪਾਕਿਸਤਾਨ ਤੋਂ, ਦਰਅਸਲ ਅਸੀਂ ਵੀ ਆਏ ਹਾਂ ਪਾਕਿਸਤਾਨ ਤੋਂ, ਸਾਨੂੰ ਕੰਸਲਟੈਂਟ ਕਹਿੰਦੇ ਹੁੰਦੇ ਸਨ ਕਿ ਸਟੱਡੀ ਕਰੋ, ਉੱਥੇ ਬਹੁਤ ਜ਼ਰੂਰੀ ਹੈ ਸਟੱਡੀ, ਇਹ ਤੇ ਉਹ। ਅਸੀਂ ਕਹਿੰਦੇ ਹਾਂ ਨਹੀਂ ਬਸ ਅਸੀਂ ਪਹੁੰਚ ਜਾਈਏ ਉੱਥੇ ਜਾ ਕੇ ਸਭ ਕੁਝ ਠੀਕ ਹੋ ਜਾਏਗਾ, ਇਹ ਹੋ ਜਾਏਗਾ, ਇਹ ਹੋ ਜਾਏਗਾ। ਇਹ ਗੱਲ ਬਿਲਕੁਲ ਗਲਤ ਹੈ। ਇੱਥੇ ਜਿੱਦਾਂ ਤੁਸੀਂ ਆਉਂਦੇ ਹੋ ਤੇ ਤੁਹਾਨੂੰ ਲੈਂਗੁਏਜ ਨਹੀਂ ਆਉਂਦੀ, ਤੁਸੀਂ ਕਿਸੇ ਨਾਲ ਗੱਲ ਨਹੀਂ ਕਰ ਸਕਦੇ। ਬੇਸਿਕਲੀ ਜਿਹੜੇ ਜਿੱਥੇ ਅਸੀਂ ਰਹਿੰਦੇ ਹਾਂ ਨਾ, ਫੁਕੂਯਾਮਾ ਹੀਰੋਸ਼ੀਮਾ ਕਹਿੰਦੇ, ਇੱਥੇ ਨਾ ਜ਼ਿਆਦਾਤਰ ਜਿਹੜੇ ਜੈਪਨੀਜ਼ ਨੇ ਇਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ। ਤੇ ਜਿਹੜੇ ਵੱਡੇ ਵੱਡੇ ਸ਼ਹਿਰਾਂ ਟੋਕੀਓ, ਓਸਾਕਾ, ਨਗੋਇਆ, ਇੱਥੇ ਜਿਹੜੇ ਜੈਪਨੀਜ਼ ਨੇ ਨਾ ਜ਼ਿਆਦਾਤਰ ਉਹਨਾਂ ਨੂੰ ਇੰਗਲਿਸ਼ ਆਉਂਦੀ ਹੈ। ਜਿਹੜੇ ਸਾਡੇ ਸ਼ਹਿਰ ਦੇ ਨੇ ਇਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ। ਤੇ ਮੈਂ ਇਹੀ ਕਹਿਣਾ ਚਾਹਾਂਗਾ, ਜਿਹੜੇ ਵੀ ਤੁਸੀਂ ਸ਼ਹਿਰ 'ਚ ਆਉਂਦੇ ਹੋ, ਤੁਹਾਡੀ ਜੈਪਨੀਜ਼ ਲੈਂਗੁਏਜ ਲਾਜ਼ਮੀ ਹੋਣੀ ਚਾਹੀਦੀ ਹੈ। ਲੈਂਗੁਏਜ ਤੁਸੀਂ ਕਰਕੇ ਆਓ, ਤੁਹਾਨੂੰ ਇੱਥੇ ਆ ਕੇ ਸਰਵਾਈਵ ਬਹੁਤ ਆਸਾਨ ਕਰਨਾ, ਸਰਵਾਈਵ ਤੁਹਾਡੇ ਵਾਸਤੇ ਬਹੁਤ ਆਸਾਨੀ ਹੋ ਜਾਏਗੀ ਸਰਵਾਈਵ ਵਾਸਤੇ ਨਾ। ਤੇ ਜਿੰਨੀ ਕੁ ਸਿੱਖ ਸਕਦੇ ਨੇ, ਜਿੰਨੀ ਕੁ ਸਿੱਖ ਸਕਦੇ ਜਿੰਨੀ ਨੇ ਬੇਸਿਕ ਵਰਡਸ ਜਾਂ ਲੈਂਗੁਏਜ, ਜਿਹੜੀ ਮੇਨ ਵੋਕੈਬਲਰੀ ਹੁੰਦੀ ਹੈ ਨਾ ਇਹਨਾਂ ਦੀ, ਲਫ਼ਜ਼ ਹੈ ਮੇਨ, ਮਤਲਬ ਰਹਿਣ ਦੇ ਮੁਤਾਬਿਕ, ਮਤਲਬ ਤੁਸੀਂ ਸਰਵਾਈਵ ਕਰ ਸਕੋ। ਜਿਹੜੇ ਬੰਦੇ ਭੇਜਦੇ ਨੇ ਉਹਨਾਂ ਨੂੰ ਇਹ ਰਿਕੁਐਸਟ ਕੀਤੀ ਜਾ ਸਕਦੀ ਕਿ ਯਾਰ ਇੰਟਰਵਿਊ ਲਾਜ਼ਮੀ ਬੱਚਿਆਂ ਨੂੰ ਤਿਆਰ ਕਰਾਓ, ਇੰਟਰਵਿਊ ਦੇਣ ਦਾ। ਮੈਂ ਕਹਿ ਸਕਦਾ ਇੰਟਰਵਿਊ ਜੌਬ ਵਾਸਤੇ ਹੋ ਗਿਆ, ਬੇਸਿਕ ਹੋ ਗਿਆ। ਬਿਲਕੁਲ। ਤੇ ਬਸ ਇਹੀ ਕਹਿਣਾ ਚਾਹਾਂਗਾ, ਜਿਹੜੇ ਆਉਂਦੇ ਨੇ ਆਓ, ਇੱਥੇ ਬਹੁਤ ਅੱਛਾ ਕੰਟਰੀ ਹੈ। ਲੋਕ ਕਹਿੰਦੇ ਨੇ ਜਾਪਾਨ ਨਾ ਆਓ, ਜਾਪਾਨ ਬੜਾ ਬੁਰਾ ਕੰਟਰੀ ਹੈ। ਮੈਂ ਬਿਲਕੁਲ ਕਹਿੰਦਾ ਕਿ ਲੋਕ ਗਲਤ ਕਹਿੰਦੇ ਨੇ। ਜਾਪਾਨ ਤੁਸੀਂ ਆਓ, ਬਹੁਤ ਅੱਛਾ ਕੰਟਰੀ ਹੈ, ਅੱਛੇ ਪੈਸੇ ਮਿਲਦੇ ਨੇ, ਮਿਹਨਤ ਤੁਹਾਡੀ ਮਿਹਨਤ ਦਾ ਮੁਆਵਜ਼ਾ ਬਹੁਤ ਅੱਛਾ ਮਿਲ ਜਾਂਦਾ ਹੈ ਨਾ ਇੱਥੇ ਜਾਪਾਨ ਵਿੱਚ। ਪਾਕਿਸਤਾਨ ਵਿੱਚ ਇਨਸਾਨ ਕਰਦਾ, ਇਹ ਵੀ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੱਥੋਂ ਆ ਰਹੇ ਹੋ, ਠੀਕ ਹੈ। ਅਗਰ ਤੁਸੀਂ ਖਾਂਦੇ ਪੀਂਦੇ ਘਰੋਂ ਆ ਰਹੇ ਹੋ ਨਾ, ਤੁਹਾਨੂੰ ਸ਼ੁਰੂ ਤੋਂ ਹੀ ਖਰਚਾ ਭੇਜਿਆ ਜਾ ਰਿਹਾ ਹੈ। ਪੇਰੈਂਟਸ ਸਮਝਦੇ ਨੇ ਕਿ ਸਾਡਾ ਬੱਚਾ ਹੈ, ਇਹਨੂੰ ਵਿਚਾਰਾ ਉੱਥੇ ਨੂੰ ਖਰਚਾ ਭੇਜਣੇ ਆ। ਜਿਸ ਤਰ੍ਹਾਂ ਤੁਸੀਂ ਸ਼ੁਰੂ 'ਚ ਖਰਚਾ ਭੇਜਣਾ ਸ਼ੁਰੂ ਕਰ ਦਿੰਦੇ ਹੋ, ਤੁਹਾਡਾ ਬੱਚਾ ਜਿਹੜਾ ਨੂੰ ਆਦਤ ਹੋ ਜਾਂਦੀ ਹੈ, ਉਹ ਕੰਮ ਹੀ ਨਹੀਂ ਕਰਦਾ। ਈਵਨ ਕਿ ਐਸੇ ਮੈਂ ਕੇਸਿਸ ਵੇਖੇ ਨੇ ਕਿ ਇੱਕ ਬੱਚਾ ਜਿਹੜਾ ਹੈ ਉਹ ਪਹਿਲੇ ਜੌਬ ਤੇ ਜਾਂਦਾ ਹੈ, ਠੀਕ ਹੈ, ਇੱਕ ਦਿਨ ਜਾਂਦਾ ਹੈ ਔਰ ਘਰ ਦੱਸਦਾ ਹੀ ਨਹੀਂ ਕਿ ਮੈਨੂੰ ਜੌਬ ਮਿਲੀ ਹੈ। ਉਹ ਪਹਿਲੇ ਡਿਸਾਈਡ ਕਰਦਾ ਕਿ ਮੈਂ ਜੌਬ ਕਰਨੀ ਹੈ ਕਿ ਨਹੀਂ, ਫਿਰ ਉਹ ਘਰ ਫੋਨ ਕਰਦਾ ਮੈਨੂੰ ਜੌਬ ਨਹੀਂ ਮਿਲੀ। ਇਹ ਇੱਕ ਕੇਸ ਨਹੀਂ, ਮੈਂ ਕਿੰਨੇ ਕੇਸ ਸੁਣੇ ਨੇ। ਔਰ ਤੁਹਾਡੇ ਜਿਸ ਤਰ੍ਹਾਂ ਤੁਸੀਂ ਦੂਸਰੇ ਬੰਦੇ ਦਾ ਦੱਸਿਆ, ਤੇ ਝੂਠ ਤੇ ਨਹੀਂ ਕੋਈ ਬੋਲਦਾ ਨਾ, ਪਤਾ ਲੱਗ ਜਾਂਦਾ। ਤੇ ਇਹ ਕੇਸਿਸ ਇਹ ਵੀ ਸਾਹਮਣੇ ਆਏ ਨੇ। ਤੇ ਬਸ ਮੈਂ ਇਹੀ ਕਹਿਣਾ ਚਾਹਾਂਗਾ, ਜਦੋਂ ਪਾਕਿਸਤਾਨ ਤੋਂ ਤੁਸੀਂ ਆਉਂਦੇ ਹੋ, ਲੈਂਗੁਏਜ ਆਪਣੀ ਨਾ ਠੀਕ ਕਰਕੇ ਆਓ ਬਸ। ਹੋਰ ਤਾਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ। ਜਿਹੜੇ ਕੰਸਲਟੈਂਟ ਨੇ ਪਾਕਿਸਤਾਨ ਵਿੱਚ, ਕਾਫੀ ਕੰਸਲਟੈਂਟ ਨੇ, ਅੱਛੇ ਕੰਸਲਟੈਂਟ ਨੇ, ਜਿਹੜੀ ਵੀ ਕੰਟਰੀ ਭੇਜਦੇ ਨੇ। ਬੇਸਿਕਲੀ ਜਾਪਾਨ ਦੇ ਜਿਹੜੇ ਕੰਸਲਟੈਂਟ ਨੇ ਕਾਫੀ ਜ਼ਿਆਦਾ ਹੁਣ ਹੋ ਗਏ ਨੇ। ਪਹਿਲੇ ਇਹਨਾਂ ਦੀ ਤਾਦਾਦ ਕਾਫੀ ਕਮ ਸੀ ਨਾ। ਜਾਪਾਨ ਕਿਸੇ ਦਾ ਰੁਖ ਨਹੀਂ ਸੀ ਜਾਪਾਨ ਵੱਲ ਨਾ। ਹੁਣ ਕਾਫੀ ਜ਼ਿਆਦਾ ਲੋਕ ਆਉਂਦੇ ਨੇ ਜਾਪਾਨ, ਤੇ ਸਟੂਡੈਂਟ ਖਾਸਤਰ ਬਹੁਤ ਜ਼ਿਆਦਾ ਆ ਰਹੇ ਨੇ ਜਾਪਾਨ। ਤੇ ਕੰਸਲਟੈਂਟ ਨੂੰ ਵੀ ਮੈਂ, ਸਾਰੇ ਆਪਣੀ ਮਿਹਨਤ ਕਰਦੇ ਨੇ, ਠੀਕ ਨੇ, ਪੈਸੇ ਲੈਂਦੇ ਨੇ, ਹਰ ਚੀਜ਼ ਕਰਦੇ ਨੇ। ਤੇ ਮੈਂ ਬਸ ਇਹੀ ਕਹਿਣਾ ਚਾਹਾਂਗਾ ਕਿ ਉਹਨਾਂ ਦਾ ਇੰਟਰਵਿਊ ਅੱਛਾ ਹੋਣਾ ਚਾਹੀਦਾ। ਇੰਟਰਵਿਊ ਦੀ ਬਸ ਨਾ ਇੰਟਰਵਿਊ ਦੀ ਤਿਆਰੀ ਕਰਵਾ ਦੇਣਾ, ਤੇ ਬੱਚਾ ਇੱਥੇ ਆ ਕੇ ਨਾ ਆਸਾਨੀ ਲਈ ਸਰਵਾਈਵ ਨਾ ਕਰ ਲੈਂਦਾ। ਤੇ ਸਾਨੂੰ ਵੀ ਕੰਸਲਟੈਂਟ ਕਹਿੰਦੇ ਸਨ ਤਿਆਰੀ ਕਰੋ। ਅਸੀਂ ਕਹਿੰਦੇ ਹਾਂ ਨਹੀਂ, ਜਾਪਾਨ ਟੁਰ ਜਾਈਏ ਬਸ, ਤੇ ਉੱਥੇ ਜਾ ਕੇ ਸਭ ਕੁਝ ਸੈੱਟ ਹੋ ਜਾਏਗਾ। ਇਹ ਗੱਲ ਗਲਤ ਹੈ। ਤੁਸੀਂ ਇੰਟਰਵਿਊ ਦੀ ਤਿਆਰੀ ਪਾਕਿਸਤਾਨ ਤੋਂ ਕਰਕੇ ਆਓ, ਉਸ ਤੋਂ ਮਤਲਬ ਲੈਂਗੁਏਜ ਤੁਸੀਂ ਸਿੱਖ ਕੇ ਆਓ, ਇੱਥੇ ਆ ਕੇ ਤੁਹਾਡਾ ਸਰਵਾਈਵ ਕਰਨਾ ਆਸਾਨ ਹੋਏਗਾ। ਬਸ ਮੈਂ ਇਹੀ ਕਹਿਣਾ ਚਾਹਾਂਗਾ ਕਿ ਬਾਕੀ ਭਾਈਆਂ ਨੇ ਤੁਹਾਨੂੰ ਦਿੱਤਾ, ਉਹਨਾਂ ਨੇ ਵੀ ਆਪਣਾ ਬੈਸਟ ਦਿੱਤਾ ਤੁਹਾਨੂੰ। ਓਕੇ, ਠੀਕ, ਥੈਂਕ ਯੂ ਸੋ ਮਚ। ਨਾਸ਼ਤਾ ਕਰਕੇ ਜਾਈਏਗਾ। ਓਕੇ ਦੋਸਤੋ, ਫਾਈਨਲੀ ਜਿਹੜੀ ਚੀਜ਼ ਮੈਂ ਰਿਅਲਾਈਜ਼ ਕੀਤੀ ਹੈ, ਜਿਹੜੇ ਬੱਚੇ ਨੇ ਜਿੰਨੇ ਵੀ ਅਜੇ ਖੋਲ੍ਹ ਕੇ ਇਹਨਾਂ ਨੇ ਆਪਣੇ ਮਸਲੇ ਮਸਾਇਲ ਦਾ ਇਜ਼ਹਾਰ ਨਹੀਂ ਕੀਤਾ, ਮੈਂ ਮੇਰੇ ਤੇ ਬਿਲੀਵ ਕਰੋ, ਉਹਦਾ ਇੱਕ ਵਜ੍ਹਾ ਕਿ ਅਜੇ ਵੀ ਹੈ ਉਹਨਾਂ ਲੋਕਾਂ ਦਾ ਲਿਹਾਜ਼ ਕਰਦੇ ਨੇ, ਉਹਨਾਂ ਨੂੰ ਟੀਚਰ ਮੰਨਦੇ ਨੇ ਅਜੇ ਵੀ ਕਿਸੇ ਹੱਦ ਤੱਕ, ਕਿ ਜਿਨ੍ਹਾਂ ਦੇ ਥਰੂ ਇਹ ਆਏ ਨੇ, ਉਹਨਾਂ ਦੀ ਰਿਸਪੈਕਟ ਕਰਦੇ ਨੇ, ਠੀਕ ਹੈ। ਇਸ ਵਜ੍ਹਾ ਤੋਂ ਉਹ ਇਹਨਾਂ ਨੂੰ ਤੰਗ ਨਾ ਕਰਨ। ਇਹਨਾਂ ਨੇ ਐਸੀ ਕੋਈ ਗੱਲ ਨਹੀਂ ਕੀਤੀ, ਇਹਨਾਂ ਨੇ ਸਿਰਫ ਆਪਣਾ ਐਕਸਪੀਰੀਅੰਸ ਦੱਸਿਆ। ਮੈਂ ਇਸ ਵਜ੍ਹਾ ਤੋਂ ਕਹਿਣਾ ਕਿ ਮੇਰੀ ਵਜ੍ਹਾ ਤੋਂ ਇਹਨਾਂ ਨੂੰ ਥੋੜ੍ਹੀ ਜਿਹੀ ਵੀ ਪ੍ਰੋਬਲਮ ਨਾ ਹੋਵੇ, ਠੀਕ ਹੈ। ਅਜੇ ਸਿਰਫ ਤੁਹਾਨੂੰ ਇਸ਼ਾਰਤਨ ਦੱਸ ਦਿੱਤਾ ਕਿ ਅਜੇ ਇਹਨਾਂ ਨੇ ਲਿਹਾਜ਼ ਕੀਤਾ ਔਰ ਇਹਨਾਂ ਨੇ ਆਪਣੇ ਬੇਸਿਕ ਮਸਲੇ ਦੱਸੇ ਨੇ, ਠੀਕ ਹੈ। ਇਹ ਵੀ ਇਹਨਾਂ ਦਾ ਵੱਡਾਪਨ ਹੈ ਕਿ ਇਹ ਖੁੱਲ੍ਹ ਕੇ ਸਾਹਮਣੇ ਵੀ ਨਹੀਂ ਆਉਂਦੇ ਇਹ ਬੱਚੇ। ਯਾਨੀ ਕਿ ਇਸ ਵਜ੍ਹਾ ਤੋਂ ਮੈਂ ਕਹਿੰਦਾ ਵਾਂ ਕਿ ਯਾਰ ਖੁਦਾ ਦਾ ਵਾਸਤਾ ਜੇ ਕੋਈ ਅਹਿਸਾਸ ਕਰਿਆ ਕਰੋ। ਬੱਚੇ ਹੁੰਦੇ ਨੇ, ਟੀਚਰ ਜਿਹੜਾ ਉਹ ਬਾਪ ਤਰ੍ਹਾਂ ਹੁੰਦਾ ਹੈ, ਅਤੇ ਬਾਪ ਦਾ ਰੁਤਬਾ ਜਿਹੜਾ ਨਾ ਉਹ ਬਹੁਤ ਵੱਡਾ ਹੁੰਦਾ ਹੈ, ਠੀਕ ਹੈ। ਅਤੇ ਅੱਛੇ ਬਾਪ ਬਣੋ, ਅੱਛੇ ਟੀਚਰ ਬਣੋ, ਖੁਦਾ ਦਾ ਵਾਸਤਾ ਜੇ। ਥੋੜ੍ਹਾ ਕਮਾ ਲਓ, ਹਲਾਲ ਕਮਾ ਲਓ, ਸੁਥਰਾ ਕਮਾ ਲਓ, ਦੁਆਵਾਂ ਲਵੋ ਮਾਂ ਬਾਪ ਦੀਆਂ ਅਤੇ ਇਹਨਾਂ ਦੀਆਂ ਵੀ। ਕੱਲ੍ਹ ਨੂੰ ਕਾਮਯਾਬ ਹੋਣਗੇ, ਉਹ ਸਾਰੀ ਜ਼ਿੰਦਗੀ ਨੇ ਸਦਕਾ ਜਾਰੀ ਹੈ ਤੁਹਾਡੇ ਵਾਸਤੇ। ਅਸਲਾਮੁ ਅਲੈਕੁਮ।